ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਕਿਸਾਨ ਅੰਦੋਲਨ ਦੇ ਵੱਲ। ਜੀ ਹਾਂ, ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੀ ਰਾਤ ਇੱਕ ਵੱਡੀ ਅਪੀਲ ਕਰ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਦੁਸ਼ਹਿਰੇ ਵਾਲੇ ਦਿਨ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹ ਫੈਸਲਾ ਬਦਲਿਆ ਗਿਆ। ਦੱਸਦੀ ਕਿ ਕਿਸਾਨਾਂ ਨੇ ਕਿਹਾ ਹੈ ਕਿ ਦੁਸ਼ਹਿਰੇ ਵਾਲਾ ਦਿਨ ਇੱਕ ਧਾਰਮਿਕ ਮਰਿਆਦਾ ਵਾਲਾ ਦਿਨ ਹੈ ਤੇ ਧਾਰਮਿਕਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਕਿਸੇ ਵੀ ਕਿਸਮ ਦੀ ਧਾਰਮਿਕ ਉਲੰਘਣਾ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਕੇਂਦਰ ਸਰਕਾਰ ਦੇ ਪੁਤਲੇ 15 ਨੂੰ ਨਹੀਂ ਬਲਕਿ 16 ਅਕਤੂਬਰ ਨੂੰ ਫੂਕੇ ਜਾਣਗੇ। ਭਾਵ ਕਿ ਦੁਸ਼ਹਿਰੇ ਤੋਂ ਇੱਕ ਦਿਨ ਬਾਅਦ ਕੇਂਦਰ ਸਰਕਾਰ ਦੇ ਪੁਤਲੇ ਜਿਹੜੇ ਨੇ ਉਹ ਕਿਸਾਨਾਂ ਦੇ ਵੱਲੋਂ ਫੂਕੇ ਜਾਣੇ ਆ। ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਬੇਨਤੀ ਜਿਹੜੀ ਕੀਤੀ ਗਈ ਹੈ ਖਾਸ ਤੌਰ ਦੇ ਉੱਤੇ ਕਿਸਾਨਾਂ ਨੂੰ ਕਿ ਕੁਝ ਹੋਰ ਇਸ ਦੇ ਵਿੱਚ ਕਾਰਨ ਦੱਸੇ ਨੇ। ਬਲਵੀਰ ਸਿੰਘ ਰਾਜੇਵਾਲ ਨੇ ਉਹ ਸੁਣੋ। ਪਿਛਲੇ ਦਿਨੀ ਫੈਸਲਾ ਹੋਇਆ ਸੀ 15 ਅਗਸਤ ਨੂੰ ਪੁਤਲੇ ਫੂਕਣ ਦਾ ਦੁਸਹਿਰੇ ਵਾਲੇ ਦਿਨ, ਪਰ ਉੱਤਮ ਹਿੰਦੂ ਨੇ ਇੱਕ ਐਡੀਟੋਰੀਅਲ ਲਿਖ ਕੇ ਇਹਨੂੰ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇਹਨੂੰ ਕੱਲ੍ਹ ਅਸੀਂ ਵਿਚਾਰਿਆ ਸੀ ਲਖੀਮਪੁਰ ਜਦੋਂ ਭੋਗ ਤੇ ਆਏ ਸੀ, ਉੱਥੇ ਕੁਝ ਜਥੇਬੰਦੀਆਂ ਨੇ ਵਿਚਾਰਿਆ ਸੀ। ਉਸ ਤੋਂ ਬਾਅਦ ਫੈਸਲਾ ਕੀਤਾ ਸੀ ਕਿ ਤਰਾਈ ਰੀਜਨ ਵਿੱਚ ਜਿੱਥੇ ਜ਼ਿਆਦਾ ਸੈਂਸਿਟਿਵ ਏਰੀਆ ਨੇ ਉੱਥੇ ਅਸੀਂ ਇਹ ਬਿਲਕੁਲ ਨਹੀਂ ਫੂਕਾਂਗੇ ਤਾਂ ਕਿ ਸਰਕਾਰ ਨੂੰ ਮੌਕਾ ਨਹੀਂ ਦੇਵਾਂਗੇ। ਔਰ ਬਾਕੀ ਸਾਰੇ ਦੇਸ਼ ਵਿੱਚ ਜਿਹੜੇ ਪੁਤਲੇ ਫੂਕਣ ਦਾ ਕੰਮ ਹੈ ਉਹ 16 ਤਾਰੀਖ ਨੂੰ ਕੀਤਾ ਜਾਵੇ। ਮੇਰੀ ਬੇਨਤੀ ਹੈ ਦੁਬਾਰਾ ਸੁਣੋ, 16 ਤਾਰੀਖ ਨੂੰ ਜਿਹੜੇ ਪੁਤਲੇ ਫੂਕਣੇ ਨੇ 15 ਦੀ ਬਜਾਏ ਉਹਦੀ 16 ਤਾਰੀਖ ਨੂੰ ਹੀ ਫੂਕੇ ਜਾਣ। ਅਸੀਂ ਕਿਸੇ ਖਾਸ ਤਬਕੇ ਦੀਆਂ ਭਾਵਨਾਵਾਂ ਭੜਕਾਉਣਾ ਬਿਲਕੁਲ ਨਹੀਂ ਚਾਹੁੰਦੇ। ਇਸ ਕਰਕੇ ਅਸੀਂ ਪ੍ਰੋਟੈਸਟ ਕਰਨਾ 16 ਅਕਤੂਬਰ ਨੂੰ ਹੀ ਪੁਤਲੇ ਫੂਕੇ ਜਾਣਗੇ। ਤੇ ਰੁਕ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲ। ਨਵਜੋਤ ਸਿੰਘ ਸਿੱਧੂ ਅੱਜ ਵੀ ਉਸੇ ਤਰਕ ਦੇ ਉੱਤੇ ਖੜੇ ਨਜ਼ਰ ਆਏ ਨੇ ਜਿਸ ਦੇ ਉੱਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਵੀ ਕੀਤੇ ਜਾਂਦੇ ਸੀ। ਬੀਤੇ ਦਿਨਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੇ ਵੱਲੋਂ ਇੱਕ ਇੰਟਰਵਿਊ ਨਵਜੋਤ ਸਿੰਘ ਸਿੱਧੂ ਦੇ ਨਾਲ ਕੀਤੀ ਗਈ ਸੀ ਜਿਸ ਦੇ ਵਿੱਚ ਕਈ ਖਾਸ ਮਸਲਿਆਂ ਦੇ ਉੱਤੇ ਚਰਚਾ ਹੋਈ। ਖਾਸ ਤੌਰ ਦੇ ਉੱਤੇ 18 ਨਿਯੁਕਤੀ ਏਜੰਡਾ ਆਖਿਰਕਾਰ ਪੰਜਾਬ ਦੇ ਵਿੱਚ ਹਜੇ ਲਾਗੂ ਕਿਉਂ ਨਹੀਂ ਹੋ ਰਿਹਾ, ਇਸ ਦੇ ਉੱਤੇ ਵੀ ਸਵਾਲ ਜਵਾਬ ਹੋਏ। ਤੇ ਗੱਲਬਾਤ ਇਸ ਇੰਟਰਵਿਊ ਦੇ ਦਰਮਿਆਨ ਪੰਜਾਬ ਦੇ ਕਈ ਪੱਖ ਤੇ ਅਤੇ ਅਹਿਮ ਮਸਲਿਆਂ ਦੇ ਵਿੱਚ ਜਿਨ੍ਹਾਂ ਚੋਂ ਕਿਸਾਨੀ ਮਸਲਾ ਵੀ ਅਹਿਮ ਸੀ ਨਾ ਕਈ ਮਸਲਿਆਂ ਦੇ ਉੱਤੇ ਗੱਲਬਾਤ ਹੋਈ ਹੈ। ਉਸ ਇੰਟਰਵਿਊ ਦੇ ਕੁਝ ਖਾਸ ਅੰਸ਼ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਹਾਂ। ਮਾਫੀਆ ਕੀ ਹੈ? ਟਰਾਂਸਪੋਰਟ ਮਾਫੀਆ। ਇਸ ਕਰਕੇ ਜਦੋਂ ਆਂਧਰਾ ਪ੍ਰਦੇਸ਼ ਨੇ ਰੇਤਾ ਫ੍ਰੀ ਕੀਤਾ ਸੀ ਭਾਈ 100 ਕਰੋੜ ਐਨਜੀਟੀ ਨੇ ਜੁਰਮਾਨਾ ਲਾਇਆ ਤੇ ਅਕਲ ਟਿਕਾਣੇ ਆ ਗਈ। 400-500 ਕਰੋੜ ਦਾ ਘਾਟਾ ਪਿਆ ਤੇ ਮੌਜ ਕਿਹਨੇ ਬਣਾਈ? ਮਾਫੀਆ ਨੇ। ਇਹਦਾ ਮਤਲਬ ਤੁਸੀਂ ਚੁੱਕਣ ਵਾਲੇ ਨੂੰ ਫ੍ਰੀ ਕਰ ਰਹੇ ਹੋ ਰੇਤਾ, ਉਹ ਚੁੱਕ ਕੇ ਜਿਹੜੇ ਮਰਜ਼ੀ ਭਾਅ ਵਿੱਚ। ਕਿਹੜਾ ਭਾਅ ਫਿਕਸ ਕੀਤਾ ਤੁਸੀਂ? ਜਦੋਂ ਤੁਹਾਡੀ ਸਪਲਾਈ ਫਿਕਸ ਹੋ ਗਈ ਔਰ ਰੇਟ ਫਿਕਸ ਹੋ ਗਿਆ 1000 ਰੁਪਏ ਔਰ ਤੁਸੀਂ ਉਹਨੂੰ ਆਨਲਾਈਨ ਦੇਤਾ। ਸਮੱਸਿਆ ਦਾ ਸਮਾਧਾਨ ਹੋ ਗਿਆ। ਇਸ ਕਰਕੇ ਕਹਿੰਦਾ ਸੀ ਵੀ 1000 ਰੁਪਏ ਰੇਤੇ ਦੀ ਟਰਾਲੀ ਕਰ ਲਓ। ਭਾਈ ਜਦੋਂ ਤੁਸੀਂ ਸਪਲਾਈ ਰੋਕਦੇ ਹੋ, ਤੁਸੀਂ ਕਦੇ 4000 ਦੀ ਟਰਾਲੀ ਵੇਚਦੇ ਹੋ, ਤੁਸੀਂ ਕਦੇ 5000 ਦੀ ਟਰਾਲੀ ਦੇ। ਮੈਂ ਕਾਲੀ ਸਿਰ 10000 ਤੋਂ ਉੱਤੇ ਟਰਾਲੀਆਂ ਵਿਕਦੀਆਂ ਵੇਖੀ ਜੀ। ਕਿਉਂ ਭਾਈ? ਫਿਰ ਜਿਹੜੀਆਂ ਰੇਤਾ ਸੜਕਾਂ 'ਤੇ ਯੂਜ਼ ਹੁੰਦਾ ਹੈ, ਫਿਰ ਬਿਲਡਿੰਗਾਂ 'ਤੇ ਯੂਜ਼ ਹੁੰਦਾ, ਸਰਕਾਰੀ ਉਹਨਾਂ 'ਤੇ ਯੂਜ਼ ਹੁੰਦਾ ਹੈ। ਜਦੋਂ ਉੱਥੇ ਯੂਜ਼ ਹੁੰਦਾ ਕੋਈ ਪਰਚੀ ਹੈ? ਉੱਥੇ ਲਿਖਿਆ ਹੋਇਆ ਵੀ ਸਰਕਾਰੀ ਮਾਈਨ 'ਚੋਂ ਰੇਤਾ ਆਊਗਾ ਔਰ ਸਰਕਾਰੀ ਮਾਈਨ 'ਚੋਂ ਹੀ ਲੈਣਾ ਔਰ ਉਹਦੀ ਪਰਚੀ ਦਿਖਾਓ ਮੈਨੂੰ। ਅੱਜ ਤੱਕ ਕਿਸੇ ਕੋਲ ਪਰਚੀ ਹੈ? ਮੈਂ ਕਹਿੰਦਾ ਇਹ ਨੀਤੀ ਮਤਲਬ ਫਾਲਟੀ ਇਸੇ ਕਰਕੇ ਹੋ ਗਈ ਵੀ ਮਨਸ਼ਾ ਪੈਸੇ ਜੇਬ 'ਚ ਪਾਉਣ ਦੀ ਹੈ, ਸਰਕਾਰੀ ਖਜ਼ਾਨੇ 'ਚ ਪਾਉਣ ਦੀ ਹੈ। ਜਿੰਨੇ ਟਿੱਪਰ ਚੱਲਦੇ ਆ ਨਾ ਰੇਟ ਹੈ, ਨਾ ਵੇਟ ਹੈ, ਨਾ ਡੇਟ ਹੈ। ਕਰੋ ਇੰਪਾਊਂਡ। ਕੋਈ 25000 ਦੇ ਰੇਤੇ ਖਾਤਰ 1 ਕਰੋੜ ਦਾ ਟਰੱਕ ਇੰਪਾਊਂਡ ਕਰਾ ਲਓ। ਕਾਲੀ ਸਰਕਾਰ ਨੇ ਕੀਤਾ, ਅਜੇ ਤੱਕ ਨੋਟੀਫਾਈ ਨਹੀਂ ਹੋਇਆ। ਨੋਟੀਫਾਈ ਕਰਕੇ ਵੀ ਉਹ ਲਾਗੂ ਨਹੀਂ ਹੋਇਆ। ਹਾਂਜੀ, ਤੁਸੀਂ ਦੇਖੋ ਨਾ ਇਹ ਜਿਹੜੀ ਪਾਲਿਸੀ ਕੰਪਲਾਇੰਸ ਤੇ ਬੜਾ ਵੱਡਾ ਸਵਾਲ ਹੈ। ਪਾਲਿਸੀਆਂ ਨੀਤੀਆਂ ਲਾਗੂ ਅੱਲਾ ਸਾਹਿਬ ਅੱਛੀ ਇੰਟੈਂਟ ਹੋਵੇ, ਜੇ ਉਹਨੂੰ ਐਗਜ਼ੀਕਿਊਟ ਹੀ ਨਾ ਕਰ ਸਕੋਗੇ, ਜੇ ਉਹਨੂੰ ਟੈਕਨੀਕਲ ਗੱਲਾਂ 'ਤੇ ਹੀ ਸੀਮਿਤ ਰੱਖਦੇ ਹੋ, ਜੇ ਉਹਨੂੰ ਲੋਲੀਪੌਪ ਪੰਜਾਬ ਦੇ ਲੋਕਾਂ ਨੂੰ ਵੰਡਣ ਦੇ ਉੱਤੇ ਕਰਦੇ ਆ ਵੀ ਆਹ ਜੀ ਆਹ ਲੈ ਲਓ, ਆਹ ਜੀ ਆਹ ਲੈ ਲਓ, ਆਹ ਲੈ ਲਓ। ਫਿਰ ਮੈਨੂੰ ਇਹ ਦੱਸੋ ਇਹ ਆਖਰੀ 4 ਮਹੀਨਿਆਂ 'ਚ 5 ਮਹੀਨਿਆਂ 'ਚ ਕਿਉਂ ਹੁੰਦਾ? ਇਹ ਭਾਈ ਪਹਿਲੇ 4.5 ਸਾਲ ਕਿਉਂ ਨਹੀਂ ਹੁੰਦਾ? ਜਿਹੜਾ ਪੇ ਕਮਿਸ਼ਨ ਹੈ ਉਹ ਪਹਿਲੇ 4.5 ਸਾਲ ਕਿਉਂ ਨਹੀਂ ਹੋ ਗਿਆ? ਲੱਖਾਂ ਨੌਜਵਾਨ ਮੇਰੇ ਕੋਲ ਆ ਕੇ ਮਿਲ ਕੇ ਮੈਂ ਉਹਨੂੰ ਕਹਿੰਦਾ ਭਾਈ ਮੈਂ ਤੁਹਾਨੂੰ ਝੂਠਾ ਲੋਲੀਪੌਪ ਨਹੀਂ ਦਿੰਦਾ, ਹਕੀਕਤ ਇਹ ਹੈ, ਇਹਦੇ ਆਓ ਇਹ ਦਿਖਾਓ। ਸੋ ਚਾਹੇ ਮੈਂ ਤਾਂ ਕਾਨੂੰਨ ਲੈ ਕੇ ਆਇਆ ਸੀ ਕੇਬਲ ਦੇ। ਤੇ ਰੁਕ ਕਰਾਂਗੇ ਕੇਂਦਰ ਸਰਕਾਰ ਦੇ ਵੱਲ। ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਸਮੇਤ ਬਾਰਡਰ ਇਲਾਕਿਆਂ ਦੇ ਵਿੱਚ BSF ਦੇ ਅਧੀਨ ਆਉਣ ਵਾਲੇ ਰਕਬੇ ਨੂੰ ਵਧਾ ਦਿੱਤਾ ਗਿਆ ਹੈ।
VSF ਦੇ ਅਧੀਨ ਆਉਣ ਵਾਲਾ ਰਕਬਾ ਪਹਿਲਾਂ 15 ਕਿਲੋਮੀਟਰ ਦਾ ਦਾਇਰਾ ਜਿਹੜਾ ਬਾਰਡਰ ਏਰੀਆ ਦੇ ਵਿੱਚ ਹੋਇਆ ਕਰਦਾ ਸੀ, ਉਸ ਨੂੰ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ, ਜਿਸ ਦੇ ਅਧੀਨ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 9 ਜ਼ਿਲ੍ਹੇ ਇਸ ਦੇ ਅਧੀਨ ਜੋ VSF ਦੇ ਅਧੀਨ ਆ ਜਾਣਗੇ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਨੇ ਕਾਫੀ ਉਛਾਲ ਮਾਰਿਆ। ਇਸ ਦੇ ਉੱਤੇ ਵੱਖ-ਵੱਖ ਸਿਆਸੀ ਪ੍ਰਤੀਕਰਮਾਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਟਿੱਪਣੀ ਹੋਈ ਹੈ। ਉਹਨਾਂ ਨੇ ਕੇਂਦਰ ਦੀ ਸਰਕਾਰ ਤੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਉਧਰ ਦੂਜੇ ਪਾਸੇ ਅਕਾਲੀ ਦਲ ਵੀ ਪਿੱਛੇ ਨਹੀਂ ਰਿਹਾ। ਅਕਾਲੀ ਦਲ ਦੇ ਵੱਲੋਂ ਵੀ ਇਸ ਫੈਸਲੇ ਦੀ ਨਿਖੇਧੀ ਹੋਈ ਹੈ। ਬੀਜੇਪੀ ਆਖਿਰਕਾਰ ਇਸ ਫੈਸਲੇ ਦੇ ਵਿੱਚ ਫਿਰ ਹੱਕ ਦੇ ਵਿੱਚ ਭੁਗਤਦੀ ਨਜ਼ਰ ਆਈ। ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਇਸ ਦੇ ਉੱਤੇ ਪ੍ਰਤੀਕਰਮ ਦਿੱਤਾ ਹੈ। ਪਰ ਸਭ ਤੋਂ ਪਹਿਲਾਂ ਵਿਰੋਧੀ ਆਖਿਰਕਾਰ ਇਸ ਦੇ ਬਾਰੇ ਕੀ ਸੋਚਦੇ ਨੇ। ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਕੀ ਕੁਝ ਇਸ ਮਸਲੇ ਦੇ ਵਿੱਚ ਕਿਹਾ ਹੈ, ਉਹ ਸੁਣੋ। ਪਹਿਲੀ ਗੱਲ ਤੇ ਜਿਹੜਾ ਇਹਨਾਂ ਨੇ 50 ਕਿਲੋਮੀਟਰ ਵਾਲਾ ਕੀਤਾ, ਇਹ ਡਾਇਰੈਕਟ ਫੈਡਰਲ ਸਟਰਕਚਰ ਦੇ ਵਿੱਚ ਉਹਨਾਂ ਨੇ ਦਖਲਅੰਦਾਜ਼ੀ ਕੀਤੀ, ਜਿਹੜੀ ਕਦੀ ਵੀ ਬਰਦਾਸ਼ਤ ਨਹੀਂ ਹੋ ਸਕਦੀ। ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਕਿ ਸਿੱਧੀ ਜਿਹੜੀ ਸਟੇਟ ਗਵਰਨਮੈਂਟ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਸਟੇਟ ਪੁਲਿਸ ਜਾਂ ਹੋਰ ਪੁਲਿਸ ਜਿਹੜੀ ਹੈ ਸਾਡੀਆਂ ਫੋਰਸਿਸ ਨੇ ਉਹਨਾਂ ਲਈ ਕਿਹੜਾ ਕੰਮ ਰਹੇਗਾ। ਦੂਸਰੀ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਜਿਹੜੀ ਫੈਂਸਿੰਗ ਹੈ ਉਹਦੇ ਤੇ ਕੰਮ ਹੈ BSF ਦਾ, ਉਹਦੇ ਤੇ ਸਾਰਾ ਸਰਚ ਦਾ, ਉੱਥੋਂ ਰੋਕਣਾ, ਕੋਈ ਉੱਧਰੋਂ ਥਰੋਇੰਗ ਹੁੰਦੀ ਹੈ ਜਾਂ ਕੋਈ ਉੱਧਰੋਂ ਸਮਗਲਿੰਗ ਹੁੰਦੀ ਹੈ, ਉਹਨਾਂ ਦਾ ਇਹ ਕੰਮ ਹੈ। ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਜਾਂਦਾ। 71 ਦੀ ਵਾਰ ਦੇ ਵਿੱਚ ਇੱਕ 16 ਕਿਲੋਮੀਟਰ ਦੀ ਬੈਲਟ ਬਣੀ ਸੀ, ਪੱਟੀ ਬਣੀ ਸੀ, ਉਹਦੇ 'ਚ ਉਹ ਇਸ ਕਰਕੇ ਬਣੀ ਸੀ ਕਿ 16 ਕਿਲੋਮੀਟਰ ਤੱਕ ਲੜਾਈ ਦੇ ਵਿੱਚ ਉਜਾੜਾ ਹੋਇਆ ਸੀ ਔਰ ਇੰਦਰਾ ਗਾਂਧੀ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਨੇ ਉੱਥੇ ਆ ਕੇ ਕਿਹਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ 16 ਕਿਲੋਮੀਟਰ ਦੀ ਇੱਕ ਉਹਨਾਂ ਨੇ ਬੈਲਟ ਬਣਾ ਦਿੱਤੀ ਸੀ। ਇੱਥੋਂ ਤੱਕ ਜਿੰਨੇ ਲੋਕਾਂ ਨੂੰ ਉਜਾੜਾ ਹੋਇਆ ਉਹਨਾਂ ਨੂੰ 2 ਸਾਲ ਜਾਂ 1 ਸਾਲ ਜਾਂ 5 ਸਾਲ ਜਾਂ 10 ਸਾਲ ਜਿਹੜੀ ਆ ਉਹ ਕੰਪਨਸੇਟ ਕੀਤਾ ਜਾਏਗਾ ਔਰ 16 ਕਿਲੋਮੀਟਰ ਤੱਕ ਉਹ ਚੱਲਦਾ ਵੀ ਰਿਹਾ। ਤੇ ਰੁੱਖ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲ ਵੀ ਕਰਾਂਗੇ। ਡਾਕਟਰ ਦਲਜੀਤ ਚੀਮਾ ਨੇ ਕਿਹਾ ਹੈ ਕਿ ਪਿਛਲੇ ਦਰਵਾਜ਼ੇ ਦੇ ਰਾਹੀਂ ਪੰਜਾਬ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਕੇਂਦਰ ਸਰਕਾਰ। ਦੇਖੋ, ਜਿਹੜਾ ਕੇਂਦਰ ਸਰਕਾਰ ਦਾ ਹੋਮ ਮਿਨਿਸਟਰੀ ਦਾ ਨਵਾਂ ਫੈਸਲਾ ਆਇਆ ਕਿ ਪੰਜਾਬ ਤੇ ਕੁਝ ਹੋਰ ਸੂਬਿਆਂ ਦੇ ਵਿੱਚ BSF ਨੂੰ ਅਧਿਕਾਰ ਦਿੱਤੇ ਗਏ ਆ ਕਿ 50 ਕਿਲੋਮੀਟਰ ਤੱਕ ਉਹ ਪੁਲਿਸ ਦੀ ਤਰ੍ਹਾਂ ਕਿਸੇ ਨੂੰ ਅਰੈਸਟ ਕਰ ਸਕਦੇ ਆ, ਸੀਜ਼ ਕਰ ਸਕਦੇ ਆ, ਸਰਚ ਕਰ ਸਕਦੇ ਆ। ਇਹ ਮੈਂ ਸਮਝਦਾ ਕਿ ਸਾਰੀ ਪੰਜਾਬ ਸਟੇਟ BSF ਦੇ ਹਵਾਲੇ ਕਰਨ ਦਾ ਇੱਕ ਕੋਝਾ ਯਤਨ, ਔਰ ਇਹ ਫੈਡਰਲਿਜ਼ਮ ਦੇ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਨਸ਼ਟ ਕਰਨ ਵਾਲਾ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਹੈ। ਇਹਦਾ ਮਤਲਬ ਹੈ ਕਿ ਕੇਂਦਰ ਸਰਕਾਰ ਬਾਰਡਰ ਸਟੇਟ ਪੰਜਾਬ ਦੇ ਵਿੱਚ ਇਨਡਾਇਰੈਕਟ ਤਰੀਕੇ ਦੇ ਨਾਲ ਰਾਜ ਕਰਨਾ ਚਾਹੁੰਦੀ ਹੈ ਔਰ ਉਹਨੇ ਬਾਰਡਰ ਦਾ ਬਹਾਨਾ ਬਣਾ ਕੇ 50 ਕਿਲੋਮੀਟਰ, ਇਹਦਾ ਮਤਲਬ ਕਿ ਆਲਮੋਸਟ ਸਾਰੀ ਸਟੇਟ ਦਾ ਜਿਹੜੀ ਲਾਅ ਐਂਡ ਆਰਡਰ ਹੈ ਉਹ ਕੇਂਦਰ ਦੇ ਹਵਾਲੇ ਕੀਤੀ। ਇਸ ਫੈਸਲੇ ਦਾ ਮੈਂ ਵਿਰੋਧ ਕਰਦਾ। ਕੇਂਦਰ ਸਰਕਾਰ ਨੂੰ ਇਮੀਡੀਏਟਲੀ ਇਹਨੂੰ ਵਾਪਸ ਲੈਣਾ ਚਾਹੀਦਾ ਹੈ। ਕਿਸੇ ਵੀ ਤਰੀਕੇ ਸਟੇਟਾਂ ਨੂੰ ਫੈਸਲਾ ਪ੍ਰਵਾਨ ਨਹੀਂ ਕਰਨਾ ਚਾਹੀਦਾ। ਤੇ ਉਧਰ ਹਰਜੀਤ ਗਰੇਵਾਲ ਨੇ ਵੀ ਇਸ ਮਸਲੇ ਦੇ ਉੱਤੇ ਪ੍ਰਤੀਕਰਮ ਦਿੱਤਾ ਹੈ। ਭਾਜਪਾ ਦੇ ਵੱਲੋਂ ਅਕਸਰ ਵਿਵਾਦਤ ਬਿਆਨ ਦੇ ਕੇ ਉਲਝਣਾਂ ਦੇ ਵਿੱਚ ਫਸਦੇ ਨਜ਼ਰ ਆਉਂਦੇ ਨੇ ਹਰਜੀਤ ਗਰੇਵਾਲ ਨੇ ਇੱਕ ਵਾਰ ਫਿਰ ਇਸ ਮਸਲੇ ਦੇ ਉੱਤੇ ਕਿਹਾ ਹੈ ਕਿ ਕੇਂਦਰ ਦੀ ਸਰਕਾਰ ਨੇ ਜੋ ਰਕਬਾ ਵਧਾਇਆ ਉਸ ਦੇ ਨਾਲ VSF ਨੂੰ ਆਸਾਨੀ ਹੋਏਗੀ। ਜੋ ਦਹਿਸ਼ਤਗਰਦ ਨਾਲ ਦੇ ਮੁਲਕਾਂ ਦੇ ਵਿੱਚੋਂ ਪੰਜਾਬ ਦਾ ਮਾਹੌਲ ਜਾਂ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਉਹਨਾਂ ਤੱਕ ਪਹੁੰਚਣ ਦੇ ਵਿੱਚ BSF ਨੂੰ ਸਫਲਤਾ ਮਿਲੇਗੀ। ਪੰਜਾਬ 'ਚ ਨਹੀਂ ਦਿੱਤੇ ਗਏ, ਇਹ ਬਾਕੀ ਸਟੇਟਾਂ ਜਿਹੜੇ ਬਾਰਡਰ ਨੇ ਉਹ ਸਾਰਿਆਂ 'ਤੇ ਦਿੱਤੇ ਆ। ਪੱਛਮੀ ਬੰਗਾਲ ਦਾ ਵੀ ਹੈ, ਬਾਕੀ ਵੀ ਹੈ ਸਾਰਾ, ਤਾਂ ਅਸਾਮ ਦਾ ਵੀ। ਤੇ ਇਹ ਇਕੱਲੇ ਪੰਜਾਬ ਦੇ ਨਜ਼ਰੀਏ ਨਾਲ ਨਾ ਦੇਖੋ, ਪਰ ਇਹ ਅੱਛੀ ਗੱਲ ਹੈ। ਤੇ ਉਹਨਾਂ ਨੂੰ ਅੱਗੇ ਤੱਕ ਡਰੋਨਸ ਦੀ ਵਜ੍ਹਾ ਕਰਕੇ ਇਹ ਸਮੱਸਿਆ ਸੀਗੀ ਤੇ ਉਹ ਜ਼ਿਆਦਾ ਏਰੀਆ ਕਵਰ ਕਰ ਲੈਂਦੇ ਆ ਤੇ ਉੱਥੇ ਤੱਕ ਉਹਨਾਂ ਨੂੰ ਜਾਂਚ ਕਰਨ ਦਾ ਜ਼ਿੰਮਾ ਦਿੱਤਾ। पर लोकल पुलिस भी तो सहयोग करेगी, एक दूसरे के विरोधी थोड़ा ना, एक दूसरे के सहयोगी नहीं, इस करके कोई चिंता का विषय। लेकिन अब इस पूरे मामले पर राजनीतिक प्रतिक्रिया आना शुरू हो गई है कि जिस तरीके से कहा जा रहा है कि पंजाब पुलिस क्या मार्गदर्शक खड़ी रहेगी। ये प्रतिक्रिया ਲਈ प्रतिक्रिया ਜਿਹੜੇ ਪੋਲੀਟੀਸ਼ੀਅਨ ਦਿੰਦੇ ਆ, ਆਪਣੀ ਸੂਝ-ਬੂਝ ਤੋਂ ਕੰਮ ਨਹੀਂ ਲੈਂਦੇ। ਅੱਜਕੱਲ ਪੋਲੀਟੀਸ਼ੀਅਨ ਜਿਹੜੇ ਆ ਨਾ ਆਪਣੇ ਸਵਾਰਥ ਲਈ ਰਾਜਨੀਤੀ 'ਚ ਨੇ, ਕਿਸੇ ਵਿਚਾਰ ਲਈ ਨਹੀਂ ਹੈਗੇ। ਜੇ ਵਿਚਾਰ ਲਈ ਹੋਣ ਫਿਰ ਉਹ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਾ ਦੇਣ ਤੇ ਸੋਚ ਸਮਝ ਕੇ ਉਹਦੇ 'ਤੇ ਗੱਲ ਕਰਨ। ਤੇ ਮੈਂ ਉਹਨਾਂ ਦੀ ਬੁੱਧੀ ਉਹਨਾਂ ਨੂੰ ਮੁਬਾਰਕ ਆ। ਤੇ ਪਰ ਇਹ ਇੱਕ ਅੱਛੀ ਗੱਲ ਆ, ਜਿਹੜਾ ਫੈਸਲਾ ਲਿਆ ਹੈ ਬਹੁਤ ਅੱਛਾ ਹੈਗਾ ਔਰ ਦੇਸ਼ ਵਿੱਚ ਦੇਸ਼ ਦੀ ਸਿਕਿਉਰਿਟੀ ਲਈ ਵਿੱਚ। ਉਧਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਵਾਪਰੀ ਘਟਨਾ ਦੇ ਦਰਮਿਆਨ ਜਿਸ ਹਿਸਾਬ ਦੇ ਨਾਲ ਨਿਰਦਈ ਤਰੀਕੇ ਦੇ ਨਾਲ ਕਈ ਕੀਮਤੀ ਜਾਨਾਂ ਲੈ ਲਈਆਂ ਗਈਆਂ ਸੀ, ਇਸ ਮਸਲੇ ਦੇ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦਾ ਇੱਕ ਵਫਦ ਜਾ ਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ ਹੈ। ਇਸ ਮੌਕੇ ਦੇ ਉੱਤੇ ਉਹਨਾਂ ਮਿਲ ਕੇ
ਉਸ ਮੰਤਰੀ ਨੂੰ ਮੰਤਰੀ ਮੰਡਲ ਚੋਂ ਬਾਹਰ ਦਾ ਰਸਤਾ ਵਿਖਾਉਣ ਅਤੇ ਜਾਂਚ ਜਲਦ ਤੋਂ ਜਲਦ ਕਰਵਾਉਣ ਦੇ ਲਈ ਅਪੀਲ ਕੀਤੀ ਹੈ। ਇਸ ਵਫਦ ਦੇ ਵਿੱਚ ਪ੍ਰਿयंका ਗਾਂਧੀ, ਰਾਹੁਲ ਗਾਂਧੀ ਦੇ ਸਮੇਤ ਸੀਨੀਅਰ ਲੀਡਰਸ਼ਿਪ ਸ਼ਾਮਲ ਰਹੀ ਹੈ। ਪੰਜਾਬ ਦੇ ਵੀ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਇਸ ਮੌਕੇ ਦੇ ਉੱਤੇ ਨਜ਼ਰ ਆਏ ਨੇ। ਦੱਸਦੀ ਕਿ ਇਸ ਤੋਂ ਬਾਅਦ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ ਹੈ ਰਾਹੁਲ गांधी ਅਤੇ ਪ੍ਰਿयंका गांधी ਦੇ ਵੱਲੋਂ। ਕੀ ਕੁਝ ਕਹਿ ਰਹੇ ਨੇ ਮੀਡੀਆ ਨਾਲ ਗੱਲਬਾत ਦੇ ਦਰਮਿਆਨ, ਉਹ ਸੁਣੋ। किसानों को धमकी दी और फिर उस धमकी पर एक्शन लिया और किसानों को मारा। तो हमने राष्ट्रपति जी से कहा कि देखिए, जब तक ये व्यक्ति मंत्री है तब तक न्याय नहीं मिल सकता है, इस मंत्री को हटा देना चाहिए और सुप्रीम कोर्ट के 2 सिटिंग जजेस की इंक्वायरी होनी चाहिए और जिन्होंने भी ये किया है उनको सजा मिलनी चाहिए। उनके लिए न्याय का मतलब ये है कि सिटिंग जजेस द्वारा जांच की जाए, एक निष्पक्ष जांच हो। और सबसे महत्वपूर्ण मुद्दा उन्होंने ये उठाया कि जो गृह राज्य मंत्री हैं देश के, जो अपराधी के पिता हैं, उनकी बर्खास्तगी की जाए। उनका ये मानना है कि जब तक इनकी बर्खास्तगी नहीं होगी तब तक निष्पक्ष जांच नहीं हो सकती और अपराधियों को सही सजा नहीं मिलेगी। मैं मानती हूँ कि ये सिर्फ उन शहीद किसानों और शहीद पत्रकार के परिजनों की मांग नहीं है, ये उत्तर प्रदेश की सारी जनता की मांग है और ये देश के एक एक जो राइट थिंकिंग इंसान हैं उनकी भी मांग है। इस देश में न्याय की उम्मीद कभी बुझनी नहीं चाहिए और आज जो हम देख रहे हैं उससे सरकार ये संदेश दे रही है पूरे देश को कि आपको न्याय नहीं मिलेगा। अगर आप गरीब हैं, आप दलित हैं, आप किसान हैं, आप महिला हैं, आपके लिए न्याय नहीं है, कानून नहीं है। और अगर आप सत्ताधारी हैं, कानून आप पर लागू नहीं होगा। ਤੇ ਉਦੋਂ ਡਾਕਟਰ ਅਮਰ ਸਿੰਘ ਨੇ ਪੰਜਾਬ ਦੇ ਵੀ ਕਈ ਅਹਿਮ ਮਸਲਿਆਂ ਦੇ ਉੱਤੇ ਕੇਂਦਰ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਖਾਸ ਤੌਰ ਤੇ ਉੱਤੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ DAP ਖਾਦ ਦੇ ਵਿੱਚ ਆ ਰਹੀ ਕਮੀ ਨੂੰ ਲੈ ਕੇ ਉਹਨਾਂ ਨੇ ਚਰਚਾ ਕੀਤੀ ਹੈ ਤੇ ਕਈ ਹੋਰ ਪੰਜਾਬ ਦੇ ਚਲੰਤ ਮਸਲਿਆਂ ਦੇ ਉੱਤੇ ਚਰਚਾ ਹੋਈ ਹੈ। ਦੇਖੋ, ਮੈਂ ਦਿੱਲੀ ਆਇਆ ਸੀ ਕਿਉਂਕਿ ਇਸ ਵਕਤ DAP ਇਹ ਖਾਦ ਹੁੰਦੀ ਹੈ ਜਿਹੜੀ गेहूं में भी लगेगी, अपना ਉਹਦੇ 'ਚ ਵੀ ਲੱਗੇਗੀ, ਆਲੂਆਂ 'ਚ ਵੀ ਲੱਗੇਗੀ, ਬਹੁਤ ਫਸਲਾਂ 'ਚ ਲੱਗਦੀ ਹੈ। ਉਹਦੀ ਹਿੰਦੁਸਤਾਨ 'ਚ ਇਸ ਵੇਲੇ ਬਹੁਤ ਕਮੀ ਆ। 100% DAP ਇੰਪੋਰਟ ਹੁੰਦੀ ਆ ਔਰ ਕੇਂਦਰ ਸਰਕਾਰ ਇੰਪੋਰਟ ਕਰਦਾ। ਪੰਜਾਬ 'ਚ ਸਾਨੂੰ 2-3 ਲੱਖ ਮੈਟ੍ਰਿਕ ਟਨ ਚਾਹੀਦੀ ਆ, ਅਜੇ ਤੱਕ ਸਾਨੂੰ 20,000 ਮੈਟ੍ਰਿਕ ਟਨ ਦਿੱਤਾ। ਮੈਂ ਆਇਆ ਸੀ ਕੇਂਦਰੀ ਮੰਤਰੀ ਜੀ ਨੂੰ ਮਿਲਣ, ਕੇਂਦਰੀ ਜਿਹੜੇ ਸੈਕਟਰੀ ਆ ਉਹਨਾਂ ਨੂੰ ਮਿਲਣ ਔਰ ਸਾਰਿਆਂ ਨਾਲ ਗੱਲ ਕਰਨ ਲਈ ਕਿ ਵੀ ਪੰਜਾਬ ਨੂੰ ਔਰ ਮੇਰੀ ਕੰਸਟੀਚੁਐਂਸੀ ਨੂੰ DAP ਖਾਦ ਦਿਓ। और वो बेनती असी करना है कि ये हर चीज़ की कमी क्यों, कोयले की कमी, DAP खाद की कमी, किते वायलेंस हो रही है, किते जीपां चढ़ा रहे हो, किते गड्डियां चढ़ा रहे हो, किते कुछ हो रहा, किते साडे दलितां नूं शिलोंग चों भजा रहे हो। ये की कर रहे हो तुसी? सरकार चला रहे हो कि डिक्टेटरशिप है? की आ तुहाडा प्रशासन की है? ये मैं गलबात करना है। उधर बीते दिनी दिल्ली के मुख्य मंत्री अरविंद केजरीवाल पंजाब पहुंचे सी। अरविंद केजरीवाल ने पंजाब पहुंच एक बार फिर तो कारोबारियों के नाल मुलाकात की है। मुलाकात के दरम्यान उन्होंने कारोबारियों को यकीन दिवाया कि पंजाब के विचों जेकर उन्हों की सरकार आती है तो कारोबार को अगे वधाउण की कोशिश होएगी, क्योंकि कारोबार के नाल ही पंजाब तरक्की कर सकता है। इस मौके पर अरविंद केजरीवाल ने वादा किया कि 24 घंटे बिजली जी दी जाएगी कारखानियां जां उद्योगों नूं, ते नाल ही उन्हें भी गल आखी है कि लाल फीती अते अफसरशाही नूं भी लगाम जिहड़ी उन्हां दे वल्लों लगाई जाएगी। ऊपर बैठे हुए लोगों की नीयत खराब है। अगर ऊपर ईमानदार CM होगा, अगर ईमानदार मंत्रिमंडल होगा, मैं चैलेंज कर सकता हूं नीचे का सारा ढांचा ठीक हो जाएगा अपने आप। ऐसा नहीं है, हो नहीं सकता। दिल्ली में करके दिखाया हम लोगों ने, दिल्ली के अंदर हमने करके दिखाया है। अब इस तरह की जितनी परमिशन होती थी सारी ऑनलाइन कर दी। अब आपको दफ्तर भी आने की जरूरत नहीं है किसी। तो ये लाल पुराने कानून, किसी ने सुझाव दिया था, मैंने लिखा है, पुराने सारे कानून ठीक किए जाएंगे, जितने कानूनों की जरूरत नहीं है सारे कानून खत्म किए जाएंगे। ऐसा सिस्टम बनाया जाएगा कि जो एग्जिस्टिंग इंडस्ट्री है, आपको सरकार के ऊपर समय बर्बाद करने की जरूरत नहीं है, आप अपने धंधे में समय बिताओ, आप फलो फूलो, आगे बढ़ो,
ये हमारा मकसद है। आप खूब तरक्की करो, खूब फलो फूलो, खूब कमाओ और उसमें से सरकार को और समाज को पैसा दो, ये हम चाहते हैं। तो ये लाल फीताशाही बंद की जाएगी, इंस्पेक्टर राज बंद किया जाएगा। उधर अरविंद केजरीवाल ਦੇ ਇਹਨਾਂ ਸਾਰੇ ਦਾਅਵਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇਸ ਸਾਰੀਆਂ ਗਰੰਟੀਆਂ ਦੇ ਉੱਤੇ ਅਕਾਲੀ ਦਲ ਦੇ ਰਾਜਪੁਰਾ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਹਲਕਾ ਇੰਚਾਰਜ ਚਰਨਜੀਤ ਬਰਾੜ ਦਾ ਪ੍ਰਤੀਕਰਮ ਹੈ। ਚਰਨਜੀਤ ਬਰਾੜ ਨੇ ਕਿਹਾ ਕਿ ਜੋ ਪਹਿਲਾਂ ਵਾਅਦੇ ਦਿੱਲੀ ਦੇ ਵਿੱਚ ਹੋਏ ਸੀ ਕਿ ਅੱਜ ਤੱਕ ਉਦਯੋਗਾਂ ਦੇ ਨਾਲੋਂ ਵਾਅਦੇ ਪੂਰੇ ਹੋਏ ਨੇ, ਅਜਿਹੀਆਂ ਟਿੱਪਣੀਆਂ ਜਿਹੜੀਆਂ ਨੇ ਚਰਨਜੀਤ ਬਰਾੜ ਦੇ ਵੱਲੋਂ ਹੋਈਆਂ ਨੇ। ਦੇਖੋ, ਜਦੋਂ ਵੀ ਕੇਜਰੀਵਾਲ ਸਾਹਿਬ ਆਉਂਦੇ ਆ ਨਵੇਂ ਸ਼ਗੂਫੇ ਛੱਡ ਕੇ ਜਾਂਦੇ ਆ। ਅੱਜ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਸਰਕਾਰ ਤੇ ਜਿਹੜੇ ਉਦਯੋਗਪਤੀ ਆ ਉਹਨਾਂ ਦੀ ਇੱਕ ਕਮੇਟੀ ਬਣਾਵਾਂਗਾ ਜਿਹੜੇ ਸਾਰੇ ਮਸਲੇ ਹੱਲ ਕਰਨਗੇ। ਮੇਰਾ ਸਵਾਲ ਹੈ ਕੇਜਰੀਵਾਲ ਸਾਹਿਬ ਨੂੰ ਕਿ 7 ਸਾਲ ਤੁਹਾਡੀ ਸਰਕਾਰ ਨੂੰ ਦਿੱਲੀ 'ਚ ਹੋ ਗਏ, ਉੱਥੇ ਕਮੇਟੀ ਤੁਸੀਂ ਕਿਉਂ ਨਹੀਂ ਬਣਾਈ? ਦੂਜਾ ਉਹਨਾਂ ਨੇ ਕਿਹਾ ਕਿ 24 ਘੰਟੇ ਮੈਂ ਬਿਜਲੀ ਜਿਹੜੀ ਆ ਇੰਡਸਟਰੀ ਨੂੰ ਦੇਵਾਂਗੇ। ਦੂਜੇ ਪਾਸੇ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਕਿ ਜਿਹੜੇ ਇੱਥੋਂ ਦੇ ਥਰਮਲ ਪਲਾਂਟ ਹੈ ਉਹ ਬੰਦ ਹੋਣੇ ਚਾਹੀਦੇ ਆ ਕਿਉਂਕਿ ਇਹਨਾਂ ਦੇ ਪ੍ਰਦੂਸ਼ਣ ਨਾਲ ਦਿੱਲੀ ਦੇ ਵਿੱਚ ਧੂਆਂ ਜਿਹੜਾ ਆਉਂਦਾ ਤੇ ਪ੍ਰਦੂਸ਼ਣ ਫੈਲਦਾ। ਇੱਕ ਪਾਸੇ ਤੁਸੀਂ ਮਾਨਯੋਗ ਸੁਪਰੀਮ ਕੋਰਟ 'ਚ ਲਿਖਤੀ ਆਰਡਰ ਕਰਾਉਣ ਲਈ ਤੁਸੀਂ ਅਪੀਲ ਕਰਦੇ ਹੋ ਕਿ ਬੰਦ ਹੋਣੇ ਚਾਹੀਦੇ, ਤੇ ਦੂਜੇ ਪਾਸੇ 24 ਘੰਟੇ ਬਿਜਲੀ ਦੇਣ ਦੀਆਂ ਗੱਲਾਂ। ਇਹਦਾ ਫਾਰਮੂਲਾ ਤਾਂ ਦੱਸ ਦਿਓ ਪੰਜਾਬ ਵਾਲਿਆਂ ਨੂੰ ਕਿ ਕਿਵੇਂ ਕਰੋਗੇ। ਤੀਜਾ ਤੁਸੀਂ ਕਿਹਾ ਕਿ ਉਦਯੋਗ ਜਦੋਂ ਵਧਾਵਾਂਗੇ ਤੇ ਬੇਰੁਜ਼ਗਾਰੀ ਹਟੇਗੀ। ਦਿੱਲੀ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ ਉਹ 11.2 ਹੈ ਔਰ ਕਰੋਨਾ ਦੇ ਦੌਰਾਨ ਵੱਧ ਕੇ 28.4 ਹੋ ਗਈ ਸੀ। ਜਿਹੜੀ ਕਰੋਨਾ ਤੋਂ ਬਾਅਦ ਹੁਣ ਵੀ ਜਿਹੜੀ ਤੁਹਾਡੇ ਬੇਰੁਜ਼ਗਾਰੀ ਦੀ ਦਰ ਹੈ ਦਿੱਲੀ 'ਚ ਕੇਜਰੀਵਾਲ ਸਾਹਿਬ 16.8 ਹੈ ਤੇ ਪੰਜਾਬ ਦੀ ਸਾਡੀ 9.7 ਹੈ। ਤੁਸੀਂ ਕਿਹੜੀ ਨਵੀਂ ਬੇਰੁਜ਼ਗਾਰੀ ਹਟਾਉਣ ਦੀਆਂ ਗੱਲਾਂ ਕਰਦੇ ਹੋ? ਇਸ ਕਰਕੇ ਇਹਨਾਂ ਸ਼ਗੂਫੇ ਛੱਡਣ ਤੋਂ ਪਹਿਲਾਂ ਤੁਹਾਨੂੰ ਕੋਈ ਰੋਡ ਮੈਪ ਦੇਣਾ ਚਾਹੀਦਾ ਸੀ ਕਿ ਇੰਡਸਟਰੀ ਨੂੰ ਅਸੀਂ ਦਿੱਲੀ ਦੇ ਵਿੱਚ ਆਹ ਸਬਸਿਡੀ ਦਿੰਨੇ ਆ ਔਰ ਪੰਜਾਬ ਦੇ ਵਿੱਚ ਆਹ ਸਬਸਿਡੀ ਦੇਵਾਂਗੇ। ਉਧਰ ਬੀਤੇ ਦਿਨੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਲੁਧਿਆਣਾ ਦੇ ਵਿੱਚ ਪਹੁੰਚੇ ਸੀ। ਲੁਧਿਆਣਾ ਪਹੁੰਚੇ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਕਾਰੋਬਾਰੀਆਂ ਦੇ ਨਾਲ ਵੀ ਮੁਲਾਕਾਤ ਹੋਈ ਤੇ ਇਸ ਦਰਮਿਆਨ ਉਹਨਾਂ ਕਿਹਾ ਕਿ ਪੰਜਾਬ ਦੇ ਉੱਤੇ ਜੋ ਕਰਜ਼ਾ ਲਗਾਤਾਰ ਵਧ ਰਿਹਾ ਹੈ, ਇਸ ਕਰਜ਼ੇ ਨੂੰ ਘਟਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ ਤੇ ਨਾਲ ਹੀ ਉਹਨਾਂ ਇਸ ਮਸਲੇ ਦੇ ਉੱਤੇ ਵੱਡੀ ਗੱਲ ਆਖੀ ਕਿ ਜੋ ਕਾਰੋਬਾਰੀਆਂ ਦੇ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਉਸ ਨੂੰ ਵੀ ਜਲਦ ਤੋਂ ਜਲਦ ਦੂਰ ਕਰਨ ਦੀ ਕੋਸ਼ਿਸ਼ ਹੋਏਗੀ। ਵਿੱਤ ਮੰਤਰੀ ਨੇ ਬੈਠ ਤੇ ਵਕਾਈ ਦੇ ਉੱਤੇ ਵੀ ਕਿਹਾ ਕਿ ਜਲਦ ਇਸ ਮਸਲੇ ਦਾ ਵੀ ਹੱਲ ਕੱਢ ਲਿਆ ਜਾਏਗਾ। ਮੈਂ ਅਗਲੇ 10 ਦਿਨਾਂ ਦੇ ਵਿੱਚ ਜਿੱਥੇ ਚਾਹੇ ਉਹ ਅੰਮ੍ਰਿਤਸਰ ਹੈ, ਲੁਧਿਆਣਾ, ਜਲੰਧਰ, ਮੋਹਾਲੀ, ਬਠਿੰਡਾ, ਮੈਂ ਤਕਰੀਬਨ ਸਾਰੇ ਸੈਂਟਰਸ ਦੇ ਵਿੱਚ ਜਾ ਕੇ ਜੋ ਟੈਕਸ ਪੇਅਰਸ ਦੇ ਮਸਲੇ ਮਸਾਇਲ ਹੈ, ਜੋ ਉਹਨਾਂ ਦੀਆਂ ਮੁਸ਼ਕਿਲਾਂ ਹੈ, ਕੋਈ ਉਹਨਾਂ ਦੇ ਖਦਸ਼ੇ ਹੈ, ਉਹ 3-4 ਕਿਸਮ ਦੇ ਹੈ। ਇੱਕ ਤਾਂ ਖਦਸ਼ੇ ਹੈ ਜਿਹੜਾ ਕਿ ਅੱਜ ਤੋਂ 4-4.5 ਸਾਲ ਪਹਿਲਾਂ ਜਿਹੜਾ ਵੈਟ ਦਾ ਨਿਜ਼ਾਮ ਸੀ, ਵੈਟ ਦਾ ਨਿਜ਼ਾਮ ਖਤਮ ਹੋ ਗਿਆ, ਫਿਰ GST ਦਾ ਨਿਜ਼ਾਮ ਸ਼ੁਰੂ ਹੋ ਗਿਆ, ਪਰ ਤਕਰੀਬਨ 50,000 ਬੰਦੇ ਦੀ ਵੈਟ ਅਸੈਸਮੈਂਟ ਜਿਹੜੀਆਂ ਹੈ ਉਹ ਅਜੇ ਵੀ ਪੰਜਾਬ ਸਰਕਾਰ ਦੀ ਟੈਕਸ ਪ੍ਰਣਾਲੀ ਦੇ ਵਿੱਚ ਫਸੀਆਂ ਹੋਈਆਂ। ਤਾਂ ਇੱਕ ਤਾਂ ਉਹ ਮਸਲਾ ਜਿਹੜਾ ਹੈ ਬੜਾ ਵੱਡਾ ਉੱਭਰ ਕੇ ਆ ਰਿਹਾ ਕਿ ਟੈਕਸ ਪੇਅਰ ਨੂੰ ਅਜੇ ਵੀ ਟੈਕਸ ਮਹਿਕਮੇ ਦੇ ਦਫ਼ਤਰਾਂ 'ਚ ਪੇਸ਼ ਹੋਣਾ ਪੈਂਦਾ ਹੈ ਔਰ ਮੈਨੂੰ ਇਹ ਵੀ ਖਬਰ ਮਿਲੀ ਹੈ ਕਿ ਉੱਥੇ ਉਹਨਾਂ ਦੀ ਹਰੈਸਮੈਂਟ ਹੁੰਦੀ ਹੈ। ਦੂਸਰਾ ਹੈ ਕਿ GST ਦੇ ਜਿਹੜੇ ਮਸਲੇ ਮਸਾਇਲ ਹੈ ਔਰ ਖਾਸ ਕਰਕੇ ਲੁਧਿਆਣੇ ਦੀ ਇੰਡਸਟਰੀ ਉਹਦੇ 'ਚ ਜਿਹਨੂੰ ਇਨਵਰਟਡ ਟੈਕਸ ਸਟਰਕਚਰ ਕਹਿੰਦੇ ਆ, ਕੁਛ ਟੈਕਸ ਦੇ ਰੇਟ ਜਿਹੜੇ ਹੈ ਉਹਨਾਂ 'ਚ ਅਨੋਮਲੀਜ਼ ਆ ਗਈਆਂ ਜਿਹਦੇ ਨਾਲ ਜਿਹੜਾ ਉਹਨਾਂ ਦਾ ਕੰਪੀਟੀਸ਼ਨ ਹੈ ਉਹਨੂੰ ਅਨਫੇਅਰ ਐਡਵਾਂਟੇਜ ਮਿਲ ਜਾਂਦੀ ਹੈ। ਟੈਕਸ ਦੀ ਇੰਟਰਪ੍ਰੀਟੇਸ਼ਨ ਕੀ ਹੈ, ਕੋਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਟੈਕਸ ਕੀ ਕਹਿ ਰਿਹਾ ਹੈ, ਉਹ ਟੈਕਸ ਦੀ ਇੰਟਰਪ੍ਰੀਟੇਸ਼ਨ ਕਿਵੇਂ ਹੋਵੇ। GST ਦਾ ਜਿਹੜਾ ਨਿਜ਼ਾਮ ਹੈ ਟੈਕਸ ਰੇਟ ਦੇ ਵਿੱਚ ਰੈਸ਼ਨਲਾਈਜੇਸ਼ਨ ਲੈ ਕੇ ਆਈਏ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਿੰਦਰ ਗਰੇਵਾਲ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਪ੍ਰੈਸ ਵਾਰਤਾ ਹੋਈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਲੱਗ ਰਹੇ ਬਿਲਬੋਰਡ ਹੋਲਡਿੰਗਸ ਨੂੰ ਲੈ ਕੇ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹੋਲਡਿੰਗ ਮਾਫੀਆ ਚੱਲ ਰਿਹਾ ਹੈ ਤੇ ਇਸ ਮਸਲੇ ਦੇ ਵਿੱਚ ਵੱਡੇ ਘੁਟਾਲੇ ਹੋ ਰਹੇ ਨੇ ਜਿਸ ਦਾ ਸਿੱਧਾ ਪ੍ਰਭਾਵ ਲੁਧਿਆਣੇ ਦੀ ਡਿਵੈਲਪਮੈਂਟ ਦੇ ਉੱਤੇ ਹੋਏਗਾ। ਇਸ ਨੂੰ ਲੈ ਕੇ ਉਹਨਾਂ ਨੇ ਮੌਜੂਦਾ ਮੰਤਰੀ ਦੇ ਉੱਤੇ ਵੀ ਸਵਾਲ ਚੁੱਕੇ ਨੇ ਤੇ ਕਈ ਮਸਲਿਆਂ ਦੇ ਉੱਤੇ ਹੋਰ ਵੀ ਮਹੇਸ਼ਿੰਦਰ ਗਰੇਵਾਲ ਦਾ ਪ੍ਰਤੀਕਰਮ ਰਿਹਾ। ਤੁਸੀਂ ਜਿਹੜੇ ਬੋਰਡਾਂ ਦਾ 16,000 ਰੁਪਇਆ ਮਹੀਨਾ ਕਿਰਾਇਆ ਫਿਕਸ ਕਰਕੇ ਐਡਵਰਟਾਈਜ਼ਰ ਤੋਂ ਕਿਰਾਇਆ ਲੈ ਰਹੇ ਹੋ, 16,000 ਰੁਪਏ ਪਰ ਬੋਰਡ, ਵਾਈ ਯੂ ਨੈਵ ਪੁੱਟ ਲਿਮਿਟ ਔਨ ਦੈਟ ਕਿ ਕਿਸੇ ਵੀ ਐਡਵਰਟਾਈਜ਼ਰ ਨੂੰ ਇਹ 16,000 ਉੱਪਰ 30,000 ਤੋਂ ਵੱਧ ਚਾਰਜ ਕਰਨ ਦਾ ਅਧਿਕਾਰ ਨਹੀਂ ਹੋਊਗਾ। ਇਹ ਬਲੈਕ ਮਾਰਕੀਟਿੰਗ ਨਹੀਂ, ਐਕਸਪਲਾਇਟੇਸ਼ਨ ਨਹੀਂ। ਪਹਿਲਾਂ ਐਕਸਕਲੂਸਿਵ ਰਾਈਟ ਇੱਕ ਬੰਦੇ ਨੂੰ ਦੇ ਦੇਣੇ,
ਫਿਰ ਉਹਨੂੰ ਕਹਿਣਾ ਮਨਮਰਜ਼ੀ ਦਾ ਕਰ, ਕਿਉਂ ਕਰ, ਕੰਸੀਡਰੇਸ਼ਨ ਕੀ ਹੈ, ਇੰਟਰਸਟ ਨੇ ਇਹਨਾਂ ਦੇ ਇਨਵੋਲਵ ਵਿੱਚ। ਸਰ ਜਿਹੜੀ ਐਡਵਰਟਾਈਜ਼ਰ ਦੀ ਕੰਪਨੀ ਆ ਉਹ ਵੀ ਅਕਾਲੀ ਦਲ ਦੀ ਇੱਕ ਦੇਖੋ ਮੈਂ ਸੁਣਾ ਮੇਰੀ ਗੱਲ, ਮੈਂ ਇੱਕ ਗੱਲ ਕਲੀਅਰ ਕਰਾਂ, ਜੇ ਮੈਂ ਕਿਸੇ ਨੂੰ ਪ੍ਰੋਟੈਕਟ ਕਰਨਾ ਹੁੰਦਾ ਮੈਂ ਐਜ਼ ਅਕਾਲੀ ਲੀਡਰ ਉਹਦੀ ਪ੍ਰੈਸ ਕਾਨਫਰੰਸ ਨਾ ਕਰਦਾ। ਮੈਂ ਕਹਿੰਦਾ ਇਹਦੇ 'ਚ ਜਿਹੜਾ ਵੀ ਹੋਇਆ irrespective of the fact A B C D ਐਂਡ ਮੈਂ ਤੁਹਾਡੇ ਕੋਲੇ ਕਲੀਅਰ ਕਰ ਦੇਣਾ, ਇੱਕ ਸੈਕਿੰਡ ਮੇਰੀ ਗੱਲ ਸੁਣ ਲਓ। ਆਈ ਹੈਵ ਟਾਕ ਟੂ ਮਾਈ ਪ੍ਰੈਜ਼ੀਡੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਕਿ ਆਹ ਬੁਰਸ਼ਾਗਰਦੀ ਚੱਲਦੀ ਹੈ ਐਂਡ ਹੀ ਹੈਜ਼ ਸੈਡ ਮੀ ਵੈਰੀ ਕਲੀਅਰਲੀ ਕਿ ਗਰੇਵਾਲ ਸਾਹਿਬ ਤੁਸੀਂ ਮੇਰੇ ਧਿਆਨ 'ਚ ਲਿਆਂਦੀ ਹੈ, if people vote us to power we will take them into task and we will fit them according to the law। ਉਧਰ ਕੇਂਦਰ ਦੇ ਮੰਤਰੀ ਹਰਦੀਪ ਪੁਰੀ ਦੇ ਨਾਲ ਹਰਜੀਤ ਗਰੇਵਾਲ ਦੀ ਮੁਲਾਕਾਤ ਹੋਈ ਹੈ। ਹਰਜੀਤ ਗਰੇਵਾਲ ਨੇ ਇਸ ਮੁਲਾਕਾਤ ਦੇ ਦਰਮਿਆਨ ਪੰਜਾਬ ਦੀਆਂ ਚੋਣਾਂ ਦੇ ਮੱਦੇਨਜ਼ਰ ਚਰਚਾ ਕੀਤੀ ਹੈ। ਪੰਜਾਬ ਦੇ ਵਿੱਚ ਬੀਜੇਪੀ ਵਰਕਰਾਂ ਦਾ ਜਿਸ ਹਿਸਾਬ ਦੇ ਨਾਲ ਕਿਸਾਨੀ ਅੰਦੋਲਨ ਤੇ ਚੱਲਦਿਆਂ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ। ਇਸ ਦਰਮਿਆਨ ਇਹਨਾਂ ਸਾਰੇ ਮਸਲਿਆਂ ਤੇ ਚਰਚਾ ਹੋਈ। ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਵਰਕਰਾਂ ਦੇ ਨਾਲ ਮੁਲਾਕਾਤ ਹੋਏਗੀ ਤੇ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤਰ੍ਹਾਂ ਹਰਦੀਪ ਸਿੰਘ ਪੁਰੀ ਜੀ ਸਾਡੇ ਚੁਣਾਵ ਦੇ ਜਿਹੜਾ ਗਰੁੱਪ ਆਫ ਮਿਨਿਸਟਰਸ ਦੇਖ ਰਹੇ ਆ ਉਹਦੇ ਵਿੱਚ ਨੇ ਔਰ ਉਹ ਪਰਿਵਾਰੀ ਨੇ, ਔਰ ਮੈਂ ਸਮਝਦਾ ਕਿ ਉਹਨਾਂ ਨੂੰ ਕਾਫੀ ਚਿੰਤਾ ਹੈਗੀ ਆ ਤੇ ਮੈਂ ਉਹਨਾਂ ਨੂੰ ਬਰਾਬਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਤੇ ਅਗਲੇ ਹਫਤੇ ਵੀ ਉਹਨਾਂ ਨਾਲ ਮੀਟਿੰਗ ਹੋਣੀ ਹੈ। ਫਿਰ ਉਹਨਾਂ ਨੂੰ ਇਹਦੇ ਬਾਰੇ ਦੱਸਾਂਗੇ। ਉਹ ਪੰਜਾਬ ਦਾ ਵੀ ਪ੍ਰਵਾਸ ਕਰਨਾ ਉਹਨਾਂ ਨੇ ਆਉਣਾ ਹੈਗਾ ਤੇ ਮੇਰਾ ਖਿਆਲ ਹੈ ਕਿ ਉਹ ਕਾਫੀ ਚਿੰਤਾ ਕਰ ਰਹੇ। ਬਿਲਕੁਲ ਉਹੀ ਸਾਡੇ 6 ਤੋਂ 7 ਵਰਕਰ ਐਸੇ ਆ ਜਿਨ੍ਹਾਂ ਦੇ 1 ਸਾਲ ਤੋਂ ਬਾਹਰ ਬੈਠੇ ਆ। 500,000 ਕਿਸਾਨ ਬੈਠੇ ਰਹਿੰਦੇ ਆ ਲਗਾਤਾਰ 1 ਸਾਲ ਹੋ ਗਿਆ। ਉਹਨਾਂ ਦੇ ਬਾਰੇ ਵੀ ਚਰਚਾ ਹੋਈ ਹੈ ਔਰ ਉਹਨਾਂ ਦੇ ਮਿਲਵਾਉਣ ਦੀ ਵੀ ਗੱਲ ਹੋਈ ਹੈ। ਉਹਨਾਂ ਨੂੰ ਹੌਸਲਾ ਦੇਣਾ, ਉਹਨਾਂ ਨੂੰ ਮਿਲਣਾ ਤੇ ਉਹਨਾਂ ਦੀਆਂ ਮੁਸ਼ਕਲਾਂ ਸਮਝਣੀਆਂ, ਆਮ ਵਰਕਰਾਂ ਦੀਆਂ ਮੁਸ਼ਕਲਾਂ ਸਮਝਣੀਆਂ, ਉਹ ਹਰਦੀਪ ਸਿੰਘ ਪੁਰੀ ਜੀ ਚਿੰਤਤ ਨੇ ਉਹਦੇ ਲਈ ਤੇ ਉਹ ਜ਼ਰੂਰ ਗੱਲਬਾਤ ਹੋਈ ਹੈ, ਅੱਗੇ ਵੀ ਹੋਈ। ਨੈਕਸਟ ਵੀਕ ਕੋਈ ਡੇਟ ਤੈਅ ਹੋਣੀ ਹੈ, ਉਹ ਰੱਖੀ ਹੈ ਤੇ ਉਹਦੇ 'ਚ ਮਿਲਾਂਗੇ ਔਰ ਗੱਲਬਾਤ ਵੀ ਕਰਾਂਗੇ। ਬੀਤੇ ਦਿਨੀ ਜੰਮੂ ਦੇ ਵਿੱਚ ਜੋ ਘਟਨਾ ਵਾਪਰੀ ਸੀ ਜਿਸ ਦਰਮਿਆਨ ਦੇਸ਼ ਨੇ 5 ਜਵਾਨ ਗਵਾਏ ਨੇ, ਜਿਨ੍ਹਾਂ ਦੇ ਵਿੱਚੋਂ 3 ਜਵਾਨਾਂ ਦਾ ਸਬੰਧ ਪੰਜਾਬ ਦੇ ਨਾਲ ਸੀ। ਉਹਨਾਂ ਦੇ ਵਿੱਚੋਂ ਇੱਕ ਸ਼ਹੀਦ ਗੱਜਨ ਸਿੰਘ ਵੀ ਸੀ ਜਿਸ ਨੂੰ ਆਖਰਕਾਰ ਕੱਲ੍ਹ ਸਰਕਾਰੀ ਸਨਮਾਨਾਂ ਦੇ ਨਾਲ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਕੇ ਦੱਸਦੀ ਕਿ ਸ਼ਹੀਦ ਗੱਜਨ ਸਿੰਘ ਦੇ ਪਰਿਵਾਰ ਦਾ ਇਸ ਮੌਕੇ ਦੇ ਉੱਤੇ ਰੋ ਕੇ ਬੁਰਾ ਹਾਲ ਸੀ। ਇਸ ਭਾਵੁਕ ਮਾਹੌਲ ਦੇ ਵਿੱਚ ਪਰਿਵਾਰ ਦਾ ਸਾਥ ਦੇਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਪਹੁੰਚੇ ਅਤੇ ਉਹਨਾਂ ਨੇ ਸ਼ਹੀਦ ਗੱਜਨ ਸਿੰਘ ਦੀ ਅੰਤਿਮ ਯਾਤਰਾ ਦੇ ਵਿੱਚ ਉਹਨਾਂ ਨੂੰ ਮੋਢਾ ਵੀ ਦਿੱਤਾ ਹੈ। ਇਸ ਮੌਕੇ ਦੇ ਉੱਤੇ ਚਰਨਜੀਤ ਚੰਨੀ ਦੇ ਵੱਲੋਂ ਕੋਈ ਗੱਲਬਾਤ ਤਾਂ ਮੀਡੀਆ ਦੇ ਨਾਲ ਨਹੀਂ ਹੋਈ, ਪਰ ਜੋ ਮੌਜੂਦਾ ਲੋਕ ਸੀ ਉਹਨਾਂ ਨੇ ਜ਼ਰੂਰ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਇਸ ਮੌਕੇ ਦੇ ਉੱਤੇ ਪਿੰਡ ਵਾਸੀਆਂ ਦਾ ਕਹਿਣਾ ਰਿਹਾ। ਸੁਣੋ। लोहा लेते हुए वीर गति प्राप्त की तो वेस्टर्न कमांड और सिख रेजिमेंट की तरफ से हम उनको श्रद्धांजलि देने के लिए यहाँ पे आए हैं। उनके परिवार के साथ हैं और सिख रेजिमेंट के पूरे जवान और ऑफिसर्स उनको श्रद्धांजलि देने आए हैं। उन्होंने वीर गति प्राप्त की और उन्होंने अपनी स्टेट का, अपनी रेजिमेंट का नाम रोशन किया। सर ये कहाँ हुआ था, घटना कहाँ थी, कब हुई थी? ये ऑपरेशंस है, ये इसके बारे में बाद में कर। थैंक यू। 8 ਸਾਲ ਹੋ ਗਏ ਉਹਨਾਂ ਨੂੰ ਜੰਮੂ 'ਚੋਂ ਹੀ ਨੌਕਰੀ ਕਰਦੇ ਨੂੰ ਆਰ ਜੁਆਇਨ ਕੀਤੀ ਨੇ। 24 ਮੰਥ ਤੋਂ ਓਵਰ ਟਾਈਮ ਹੋਏ, ਜਦ ਕਿ ਥੋੜ੍ਹੇ ਦਿਨ ਤੱਕ ਪੋਸਟਿੰਗ ਚੇਂਜ ਹੋ ਜਾਣੀ ਸੀਗੀ ਉਹਨਾਂ ਦੀ, ਠੀਕ ਹੈ। ਅਤੇ ਉਹਨਾਂ ਨੇ ਬੈਕ ਤੋਂ ਪਿੱਠ ਪਿੱਛੋਂ ਵਾਰ ਕੀਤਾ। ਜੇ ਫਰੰਟ ਫੇਸ ਟੂ ਫੇਸ ਵਾਰ ਕਰਦੇ ਨਾ ਤਾਂ ਜਿੱਤ ਸਾਡੇ ਹੋਣੀ ਸੀਗੀ। ਬੈਰੀ ਸੀਗੇ, ਉਹਨਾਂ ਪਿੱਠ ਪਿੱਛੇ ਵਾਰ ਕੀਤੇ। ਜੇ ਹਿੰਮਤ ਹੁੰਦੀ ਤਾਂ ਸਾਹਮਣੇ ਲੜਦੇ, ਜੇ ਉਹਨਾਂ 'ਚੋਂ ਹਿੰਮਤ ਹੁੰਦੀ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।